ਦੋਸਤੋ ਅੱਜ ਅਸੀਂ ਖੜੇ ਹਾਂ ਇੱਥੇ ਸਰੀ ਫਲੀਟਵੁੱਡ ਦੇ ਵਿੱਚ ਤੇ ਗੱਲਬਾਤ ਕਰਨ ਦੇ ਲਈ ਆਏ ਹਾਂ ਜਗਰੂਪ ਬਰਾੜ ਹੋਣਾ ਦੇ ਨਾਲ ਜਿਹੜੇ ਐਮਐਲਏ ਨੇ ਇਸ ਹਲਕੇ ਤੋਂ। ਕੱਲ੍ਹ ਅਨਾਊਂਸਮੈਂਟ ਹੋਈ ਆ ਇੱਥੇ ਜਿਹੜੀ ਲੈਂਗਲੀ ਨੂੰ ਸਕਾਈ ਟ੍ਰੇਨ ਆ ਉਹਦੇ ਬਾਰੇ ਫੰਡਿੰਗ ਦੀ ਅਨਾਊਂਸਮੈਂਟ ਸੀਗੀ। ਪਹਿਲਾਂ ਬੜੇ ਲੰਬੇ ਸਮੇਂ ਤੋਂ ਐਲਾਨ ਹੋ ਚੁੱਕਿਆ ਸੀ। ਉਹ ਪ੍ਰੋਜੈਕਟ ਉਹ ਪ੍ਰੋਸੈਸ ਹੁਣ ਅੱਗੇ ਚੱਲ ਰਿਹਾ ਆ। ਸਰੀ ਤੇ ਦੇ ਆਲੇ ਦੁਆਲੇ ਦੇ ਲੋਕਾਂ ਦੀ ਖਾਸ ਸਮੱਸਿਆ ਟ੍ਰੈਫਿਕ ਆ। ਤੁਸੀਂ ਜਿੱਧਰ ਮਰਜ਼ੀ ਚਲੇ ਜਾਓ ਉੱਥੇ ਟ੍ਰੈਫਿਕ ਦੇ ਵਿੱਚ ਤੁਹਾਨੂੰ ਜਿੰਨਾ ਸਮਾਂ ਕੁਝ ਸਾਲ ਪਹਿਲਾਂ ਲੱਗਦਾ ਸੀ ਉਹਦੇ ਨਾਲੋਂ ਦੁੱਗਣਾ ਸਮਾਂ ਲੱਗ ਗਿਆ, ਇਸ ਵੇਲੇ ਲੱਗਦਾ ਆ। ਇਹਨੂੰ ਹੱਲ ਕਰਨ ਦੇ ਲਈ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾਂਦੇ, ਜਿਵੇਂ 84 ਐਵੀਨਿਊ ਆ, ਉਹਨੂੰ ਅੱਗੇ ਨੂੰ ਪੂਰਾ ਥਰੂ ਕੀਤਾ ਜਾ ਰਿਹਾ। ਹੁਣ ਇਹ ਸਕਾਈ ਟ੍ਰੇਨ ਜਿਹੜੀ ਇਹਦਾ ਐਲਾਨ ਹੋਇਆ ਸੀ ਉਹਦੀ ਫੰਡਿੰਗ ਅਨਾਊਂਸ ਹੋਈ ਆ। ਇਹਦੇ ਸੰਬੰਧੀ ਅਸੀਂ ਜਗਰੂਪ ਬਰਾੜ ਜੀ ਦੇ ਨਾਲ ਗੱਲਬਾਤ ਕਰਨ ਆਏ ਹਾਂ ਕਿ ਇਹ ਪ੍ਰੋਜੈਕਟਸ ਕਿੱਦਾਂ ਆਉਂਦੇ ਆ ਅਤੇ ਕੀ ਇਹਦੇ ਲਈ ਇਸ ਵੇਲੇ ਕਿੱਥੇ ਕਿੱਥੇ ਸਟੇਸ਼ਨ ਬਣਨੇ ਆ, ਕੀ ਹੋਣਾ ਆ, ਅਤੇ ਫਰਦਰ ਜਿਹੜੀ ਇੱਥੇ ਟਰੈਫਿਕ ਦੀ ਸਮੱਸਿਆ ਆ ਉਹਨੂੰ ਸਿਟੀ ਦਾ ਉਹਦੇ 'ਚ ਕੀ ਰੋਲ ਹੁੰਦਾ, ਜਿਹੜੀ ਪ੍ਰੋਵਿੰਸ ਆ ਉਹ ਉਹਦੇ 'ਚ ਕੀ ਕਰਦਾ, ਅਤੇ ਫੈਡਰਲ ਗੌਰਮੈਂਟ ਦਾ ਇਹਦੇ ਵਿੱਚ ਕੀ ਰੋਲ ਹੁੰਦਾ। ਬਰਾੜ ਸਾਹਿਬ, ਜਿਹੜੀ ਇਹ ਸਕਾਈ ਟ੍ਰੇਨ ਲੈਂਗਲੀ ਨੂੰ ਜਾ ਰਹੀ ਹੈ ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸਿਓ ਕਿ ਹੁਣ ਇਹਦਾ ਪਿਛੋਕੜ ਕੀ ਸੀ ਅਤੇ ਹੁਣ ਇਹਦਾ ਡਿਟੇਲ ਕੀ ਹੈ ਜੀ। ਹਾਂਜੀ, ਕੱਲ੍ਹ ਸੂਬਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੀ ਸਰੀ ਤੋਂ ਲੈ ਕੇ ਕਿੰਗ ਜਾਰਜ ਤੋਂ ਲੈ ਕੇ ਲੈਂਗਲੀ ਤੱਕ ਸਕਾਈ ਟ੍ਰੇਨ ਬਣਨੀ ਹੈ, ਉਹਦੀ ਜਿਹੜੀ ਬਿਜ਼ਨਸ ਪਲਾਨ ਆ ਉਹ ਮੁਕੰਮਲ ਹੋ ਚੁੱਕੀ ਹੈ। ਇੱਕ ਬੜਾ ਹੈ, ਇਹਦਾ ਮਤਲਬ ਇਹ ਹੈਗਾ ਕਿ ਹੁਣ ਜਿਹੜਾ ਅਗਸਤ ਮਹੀਨੇ ਦੇ ਵਿੱਚ ਜਿਹੜਾ ਇਸ ਪ੍ਰੋਜੈਕਟ ਬਾਰੇ ਜਿਹੜੀ ਬਿਡਿੰਗ ਪ੍ਰੋਸੈਸ ਆ ਉਹ ਸ਼ੁਰੂ ਹੋ ਜਾਊਗਾ, ਔਰ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਇਹ ਪ੍ਰੋਜੈਕਟ ਹੈ ਹੁਣ ਇਹ 2028 ਦੇ ਵਿੱਚ, ਯਾਨੀ ਪਹਿਲੀ ਜਿਹੜੀ ਓਰੀਜਨਲ ਡੇਟ ਸੀਗੀ ਕੰਪਲੀਸ਼ਨ ਦੀ ਉਦੋਂ 2 ਸਾਲ ਪਹਿਲਾਂ ਇਹ ਮੁਕੰਮਲ ਕਰ ਲਈ ਜਾਊਗੀ। ਔਰ ਇਹਦੇ ਨਾਲ ਇਹ ਵੀ ਹੈ ਕਿ ਇਹਦਾ ਜਿਹੜਾ ਬਜਟ ਹੈ ਪਹਿਲਾਂ ਨਾਲੋਂ $500 ਮਿਲੀਅਨ ਘੱਟ ਆ। ਉਹਦਾ ਕਾਰਨ ਇਹ ਹੈ ਕਿਉਂਕਿ ਇਹ ਪ੍ਰੋਜੈਕਟ ਪਹਿਲਾਂ ਜਿਹੜਾ ਟਰਾਂਸਲਿੰਕ ਵੱਲੋਂ ਬਣਾਇਆ ਜਾ ਰਿਹਾ ਸੀਗਾ, ਉਹਨਾਂ ਨੇ 2 ਫੇਜ਼ਸ ਦੇ ਵਿੱਚ ਬਣਾਉਣਾ ਸੀ, ਫੇਜ਼ 1 ਅਤੇ ਫੇਜ਼ 2। ਫੇਜ਼ 1 ਸਿਰਫ ਫਲੀਟਵੁੱਡ ਤੱਕ ਬਣਨੀ ਸੀਗੀ, ਉਹ ਕੰਪਲੀਸ਼ਨ ਹੋਣ ਤੋਂ ਬਾਅਦ ਫਿਰ ਉਹਨੇ ਦੁਬਾਰੇ ਫਿਰ ਨਵਾਂ ਸਿਰਿਓਂ ਉਹ ਜਿਹੜਾ ਸਿਸਟਮ ਸ਼ੁਰੂ ਕਰਨਾ ਸੀ। ਪਰ ਸੂਬਾ ਸਰਕਾਰ ਨੇ ਪਿਛਲੀ ਜਿਹੜੀ NDP ਨੇ ਵਾਅਦਾ ਕੀਤਾ ਸੀ ਵੀ ਸਰੀ ਦੇ ਲੋਕਾਂ ਦੇ ਨਾਲ ਜੇ ਸਰਕਾਰ ਬਣਦੀ ਹੈ ਤਾਂ ਇਹ ਪ੍ਰੋਜੈਕਟ ਨੂੰ ਸੂਬਾ ਸਰਕਾਰ ਆਪ ਬਣਾਊਗੀ। ਉਹ ਸਰਕਾਰ ਸਾਡੀ ਬਣ ਗਈ ਤਾਂ ਉਹਦੇ 'ਚ ਜਿਹੜਾ ਪ੍ਰੀਮੀਅਰ ਹਾਰਗਨ ਨੇ ਵਾਅਦਾ ਕੀਤਾ ਸੀਗਾ, ਅਸੀਂ ਹੁਣ ਇਹ ਪ੍ਰੋਜੈਕਟ ਅਸੀਂ ਬਣਾ ਰਹੇ ਹਾਂ ਇਹ, ਪਰ ਅਸੀਂ ਇਹਨੂੰ ਇੱਕ ਪ੍ਰੋਜੈਕਟ ਦੇ ਤੌਰ 'ਤੇ ਬਣਾ ਰਹੇ ਹਾਂ, 2 ਨਹੀਂ, ਇੱਕੋ ਪ੍ਰੋਜੈਕਟ ਕਿੰਗ ਜਾਰਜ ਤੋਂ ਲੈ ਕੇ ਲੈਂਗਲੀ ਟਾਊਨ ਤੱਕ ਇੱਕੋ ਹੀ ਪ੍ਰੋਜੈਕਟ ਬਣਨਾ। ਉਹਦੇ ਵਿੱਚ ਤਾਂ ਕਰਕੇ ਅਸੀਂ ਜਿਹੜੀ ਇਹਦੀ ਜਿਹੜੀ ਹੈਗੀ ਕਾਸਟ ਵੀ ਘਟਾਈ ਹੈ ਅਤੇ ਇਹਦੀ 2 ਸਾਲ ਦਾ ਸਮਾਂ ਵੀ ਘਟਿਆ, ਔਰ ਇਹਦੇ ਕੁੱਲ ਮਿਲਾ ਕੇ ਇਹ 16 ਕਿਲੋਮੀਟਰ ਲੰਬੀ ਸਕਾਈ ਟ੍ਰੇਨ ਹੈ ਦੀ ਲਾਈਨ ਹੈਗੀ ਹੈ, ਔਰ ਉਹ ਫਰੇਜ਼ਰ ਹਾਈਵੇ ਦੇ ਨਾਲ ਚੱਲਣੀ ਹੈ ਕਈ ਥਾਵਾਂ 'ਤੇ ਵਿਚਾਲੇ ਵੀ ਚੱਲਣੀ ਹੈ ਜੋ ਇੰਜੀਨੀਅਰਸ ਨੇ ਡਿਸਾਈਡ ਕੀਤਾ। ਔਰ ਇਹ 16 ਕਿਲੋਮੀਟਰ ਦੇ ਵਿੱਚ 8 ਸਟੇਸ਼ਨ ਹੋਣਗੇ ਅਤੇ 3 ਬੱਸ ਐਕਸਚੇਂਜ ਹੋਣਗੇ ਤਾਂ ਕਿ ਜਿਹੜੇ ਆਲੇ ਦੁਆਲੇ ਲੋਕਾਂ ਨੂੰ ਬੱਸਾਂ ਰਾਹੀਂ ਸਕਾਈ ਟ੍ਰੇਨ ਤੱਕ ਪਹੁੰਚਦਾ ਕੀਤਾ ਜਾ ਸਕੇ। ਸੋ ਇਹ ਇਹਦੀ ਮੁਕੰਮਲ ਹੈਗੀ ਜੀ। 30 ਸਾਲਾਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਸੂਬਾ ਸਰਕਾਰ ਨੇ ਜਿਹੜਾ ਇੱਕ ਪਬਲਿਕ ਟਰਾਂਜਿਟ ਹੈ, ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਸ ਖਿੱਤੇ ਦੇ ਵਿੱਚ 30 ਸਾਲਾਂ ਬਾਅਦ ਸੂਬਾ ਸਰਕਾਰ ਬਣਾਉਣ ਜਾ ਰਹੀ ਹੈ। ਔਰ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਵੇਂ ਸਕਾਈ ਟ੍ਰੇਨ ਬਣਨੀ ਜਿੱਥੇ ਬਣਨੀ ਹੈ ਉੱਥੇ ਕੁਛ ਲੋਕ ਜਿਹੜੇ ਹੈਗੇ ਆ ਸਾਈਕਲ 'ਤੇ ਜਾਣਾ ਵੀ ਪਸੰਦ ਕਰਦੇ ਆ, ਕੁਛ ਲੋਕ ਤੁਰ ਕੇ ਜਾਣਾ ਵੀ ਪਸੰਦ ਕਰਦੇ ਆ। ਉਹਦੇ ਵਾਸਤੇ ਵੀ ਸੂਬਾ ਸਰਕਾਰ ਨੇ ਹੁਣ ਜਿਹੜਾ ਹੈਗਾ $60 ਮਿਲੀਅਨ ਜਿਹੜਾ ਐਕਸਟਰਾ ਪੈਸਾ ਹੈਗਾ ਇਸ ਪ੍ਰੋਜੈਕਟ ਦੇ ਨਾਲ ਜਿਹੜਾ ਹੈਗਾ ਉਹ ਦਿੱਤਾ ਤਾਂ ਕਿ ਉਹ ਜਿਹੜੇ ਪਾਥ ਵੀ ਬਣਾਏ ਜਾ ਸਕਣ। ਇੱਕ ਵਾਰੀ ਬਰਾੜ ਸਾਹਿਬ, ਸਾਨੂੰ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸੂਬਾ ਸਰਕਾਰ ਇਸ ਪ੍ਰੋਜੈਕਟ ਨੂੰ ਕਰ ਰਹੀ ਹੈ, ਇਹਦਾ ਮਤਲਬ ਕੀ ਹੈ? ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਇਸ ਗੱਲ ਨੂੰ ਸਮਝਣ, ਕਿਉਂਕਿ ਪਿਛਲੀ ਵਾਰੀ ਕਿਉਂਕਿ ਹੁਣ ਇਸ ਵੇਲੇ ਸਿਟੀ ਦੇ ਇਲੈਕਸ਼ਨ ਨੇੜੇ ਆਈ ਹੈ, ਸਰੀ ਦੇ ਵਿੱਚ ਖਾਸ ਤੌਰ 'ਤੇ ਮਾਹੌਲ ਗਰਮ ਹੋਇਆ ਆ ਅਤੇ ਇਹ ਅਨਾਊਂਸਮੈਂਟਾਂ ਦਾ ਕਈ ਤਰ੍ਹਾਂ ਅਸੀਂ ਅਸਰ ਵੀ ਦੇਖਦੇ ਹਾਂ। ਔਰ ਪਿਛਲੀ ਇਲੈਕਸ਼ਨ ਇਸ ਮੁੱਦੇ 'ਤੇ ਹੀ ਹੋ ਗਈ ਸੀ ਸਾਰੀ ਦੀ ਸਾਰੀ ਵੀ, LRT ਬਣਨੀ ਚਾਹੀਦੀ ਹੈ ਕਿ ਸਕਾਈ ਟ੍ਰੇਨ ਬਣਨੀ ਚਾਹੀਦੀ ਹੈ। ਇਹ ਜਿਹੜੇ ਡਿਫਰੈਂਟ ਲੈਵਲ ਆਫ ਗਵਰਨਮੈਂਟ ਨੇ ਇਹਦਾ ਰੋਲ ਕੀ ਹੁੰਦਾ ਵੀ ਸੂਬਾ ਸਰਕਾਰ ਕਰ ਰਹੀ ਹੈ, ਇਹਦਾ ਕੀ ਮਤਲਬ ਆ, ਅਤੇ ਸਿਟੀ ਦਾ ਇਹਦੇ 'ਚ ਕੀ ਰੋਲ ਆ, ਅਤੇ ਜਿਹੜੀ ਫੈਡਰਲ ਗੌਰਮੈਂਟ ਉਦੋਂ ਟਰੂਡੋ ਸਾਹਿਬ ਆ ਕੇ ਫੰਡਿੰਗ ਦੇ ਕੇ ਗਏ ਸੀ ਪ੍ਰੀਮੀਅਰ ਜੌਨ ਹਾਰਗਨ ਦੇ ਨਾਲ, ਉਹ ਕੀ ਸੀ? ਆਮ ਤੌਰ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਨੇ ਜੀ ਉਹ ਟਰਾਂਸਲਿੰਕ ਵੱਲੋਂ ਬਣਾਏ ਜਾਂਦੇ। ਟਰਾਂਸਲਿੰਕ ਪ੍ਰੋਵਿੰਸ਼ੀਅਲ ਗੌਰਮੈਂਟ ਦੀ ਇਸਟੈਬਲਿਸ਼ ਕੀਤੀ ਇੱਕ ਬੋਡੀ ਹੈ, ਲੇਕਿਨ ਉਹ ਸਾਰੀਆਂ ਜਿਹੜੀਆਂ ਲੋਅਰ ਮੇਨਲੈਂਡ ਦੇ ਵਿੱਚ ਸਰਕਾਰਾਂ ਨੇ, ਲੋਕਲ ਸਰਕਾਰਾਂ, ਉਹਨਾਂ ਦੀ ਨੁਮਾਇੰਦਗੀ ਕਰਦੀ ਹੈ, ਜਿਹਦੇ 'ਚ ਸਰੀ ਵੀ ਹੈ, ਵੈਨਕੂਵਰ ਵੀ ਹੈ, ਬਾਕੀ ਦੇ ਸ਼ਹਿਰ ਵੀ ਸਾਰੇ ਹੈਗੇ ਆ। ਉਹ ਟਰਾਂਸਲਿੰਕ ਇਹ ਪ੍ਰੋਜੈਕਟ ਬਣਾਉਂਦੀ ਹੈ ਅਤੇ ਇਸੇ ਟਰਾਂਸਲਿੰਕ ਕੋਲ ਜਿਹੜਾ ਲਾਈਟ ਰੇਲ ਦਾ ਪ੍ਰੋਜੈਕਟ ਉਹ ਸੀਗਾ। ਟਰਾਂਸਲਿੰਕ ਨੇ ਆਪਣੀ ਪਲੈਨਿੰਗ ਬਣਾਉਂਦੀ, 10 ਸਾਲ ਦੀ ਉਹ ਪਲੈਨਿੰਗ ਸੀਗੀ।
ਉਸ ਪਲੈਨਿੰਗ ਦੇ ਵਿੱਚੋਂ ਜਦੋਂ ਉਹਨਾਂ ਨੇ ਸਾਡੇ ਕੋਲੇ ਗੱਲ ਉਹ ਪੇਸ਼ ਕੀਤੀ ਆਪਣੀ ਪਲੈਨਿੰਗ, ਉਹਦੇ ਵਿੱਚੋਂ ਲਾਈਟ ਰੇਲ ਸਰੀ ਦੀ ਇੱਕ ਉਹ ਹਿੱਸਾ ਸੀਗਾ। ਇਸੇ ਤਰੀਕੇ ਨਾਲ ਵੈਨਕੂਵਰ ਦੇ ਵਿੱਚ ਹੋਰ ਬੜੇ ਜਿਹੜਾ ਸਕਾਈ ਟ੍ਰੇਨ ਦਾ ਹਿੱਸਾ ਸੀਗਾ। ਉਦੋਂ ਉਹ ਲਾਈਟ ਰੇਲ ਨੂੰ ਸੂਬਾ ਸਰਕਾਰ ਨੇ, ਫੈਡਰਲ ਸਰਕਾਰ ਨੇ ਜਿਹੜਾ ਉਹ ਫੰਡ ਕਰ ਦਿੱਤਾ ਸੀਗਾ। ਪਰ ਸਰੀ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਸਾਨੂੰ ਲਾਈਟ ਰੇਲ ਨਹੀਂ ਚਾਹੀਦੀ, ਸਾਨੂੰ ਸਕਾਈ ਟ੍ਰੇਨ ਚਾਹੀਦੀ ਹੈ। ਸੋ ਉਹ ਜਿਹੜਾ ਪੈਸਾ ਸੀਗਾ $1.6 ਬਿਲੀਅਨ, ਫਿਰ ਉਧਰ ਟਰਾਂਸਫਰ ਜਿਹੜਾ ਉਹ ਪੈਸਾ ਕਰ ਦਿੱਤਾ ਗਿਆ ਸੀ ਦੋਨੇ ਸਰਕਾਰਾਂ ਦੇ ਵੱਲੋਂ। ਲੇਕਿਨ ਪਿਛਲੀ ਚੋਣ ਦੇ ਵਿੱਚ ਜਿਹੜਾ ਪ੍ਰੀਮੀਅਰ ਜੌਨ ਹੌਰਗਨ ਨੇ ਇਹ ਗੱਲ ਕਹੀ ਕਿ ਜੇ ਦੁਬਾਰੇ NDP ਸਰਕਾਰ ਬਣਦੀ ਹੈ ਤਾਂ ਅਸੀਂ ਸਾਡੀ ਵਚਨਬੱਧਤਾ ਇਹ ਹੈਗੀ ਕਿ ਅਸੀਂ ਇਹਨੂੰ ਧੁਰ ਤੱਕ ਬਣਾਉਣਾ, ਜਿਹੜਾ ਲੈਂਗਲੀ ਤੱਕ। ਅਤੇ ਉਸ ਤੋਂ ਬਾਅਦ ਲੋਕਾਂ ਨੇ NDP ਨੂੰ ਫਤਵਾ ਦਿੱਤਾ, NDP ਸਰਕਾਰ ਬਣੀ ਤਾਂ ਫਿਰ ਸਰਕਾਰ ਨੇ ਟਰਾਂਸਲਿੰਕ ਤੋਂ ਇਹ ਪ੍ਰੋਜੈਕਟ ਟੇਕ ਓਵਰ ਕਰ ਲਿਆ BC ਸਰਕਾਰ ਨੇ ਖੁਦ। ਹੁਣ BC ਸਰਕਾਰ ਸਾਡੀ ਖੁਦ ਜਿਹੜੀ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਹੈ ਉਹਦੀ ਨਿਗਰਾਨੀ ਥੱਲੇ ਇਹ ਪ੍ਰੋਜੈਕਟ ਬਣ ਰਿਹਾ ਹੈ। ਇਸ ਵੇਲੇ ਇਹਦੀ ਮੁਕੰਮਲ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਨਿਗਰਾਨੀ ਦੀ ਉਹ BC ਸਰਕਾਰ ਦੀ ਹੈ। ਉਹਦੇ ਵਿੱਚ ਅਸੀਂ ਜਿਹੜੀ ਫੰਡਿੰਗ ਲਈ ਹੈ ਜਿਹੜੀ ਫੈਡਰਲ ਗੌਰਮੈਂਟ ਤੋਂ, ਮਿਸਾਲ ਦੇ ਤੌਰ ਦੇ ਉੱਤੇ ਕੁੱਲ ਮਿਲਾ ਕੇ ਇਹ $3.94 ਬਿਲੀਅਨ ਦਾ ਪ੍ਰੋਜੈਕਟ ਹੈਗਾ। ਉਹਦੇ ਵਿੱਚੋਂ 60% ਫੰਡਿੰਗ ਜਿਹੜੀ ਹੈਗੀ $2.4 ਬਿਲੀਅਨ ਉਹ ਸੂਬਾ ਸਰਕਾਰ ਦਾ ਹੈ। $1.3 ਬਿਲੀਅਨ ਅਸੀਂ ਜਿਹੜੀ ਜੌਨ ਹੌਰਗਨ ਸਾਡੇ ਪ੍ਰੀਮੀਅਰ ਸਾਹਿਬ ਨੇ ਉਹ ਟਰੂਡੋ ਸਾਹਿਬ ਤੋਂ ਫੰਡਿੰਗ ਲਈ ਹੈ। $1.3 ਬਿਲੀਅਨ ਜਿਹੜਾ ਰਿਮੇਨਿੰਗ $200 ਮਿਲੀਅਨ ਉਹ ਟਰਾਂਸਲਿੰਕ ਨੇ ਇਹਦੇ ਵਿੱਚ ਪਾਉਣਾ। ਸੋ ਇਹ ਪ੍ਰੋਜੈਕਟ ਇਸ ਵੇਲੇ ਸੂਬਾ ਸਰਕਾਰ ਬਣਾਉਣ ਜਾ ਰਹੀ ਹੈ। ਹਾਂ, ਸਾਨੂੰ ਜਿੰਨੇ ਵੀ ਸ਼ਹਿਰ ਇਨਵੋਲਵ ਹੈਗੇ ਇਹਦੇ ਵਿੱਚ, ਚਾਹੇ ਉਹ ਸਿਟੀ ਆਫ ਸਰੀ ਹੈ ਜਾਂ ਵੈਨਕੂਵਰ ਹੈ ਜਾਂ ਲੈਂਗਲੀ ਨੇ, ਉਹਨਾਂ ਦੀ ਆਫਕੋਰਸ ਮਦਦ ਦੀ ਲੋੜ ਹੈ ਕਿਉਂਕਿ ਅਸੀਂ ਜਿੱਥੇ ਵੀ ਜਾਣਾ ਉਹਦੇ 'ਚ ਪਰਮਿਟ ਵੀ ਚਾਹੀਦੇ ਨੇ। ਉਹਨਾਂ ਦੀ ਮੁਕੰਮਲ ਸਪੋਰਟ ਸਾਨੂੰ ਜਿਹੜੀ ਹੈਗੀ ਹੈ। ਔਰ ਉਹਦੇ ਨਾਲ ਨਾਲ ਅਸੀਂ ਸਿਟੀ ਸਰਕਾਰਾਂ ਦੇ ਨਾਲ ਇਹ ਵੀ ਐਗਰੀਮੈਂਟ ਕੀਤੀ ਹੈ ਕਿ ਜਿਹੜਾ ਜਿੱਥੇ ਸਟੇਸ਼ਨ ਬਣਨੇ 8 ਸਟੇਸ਼ਨ, ਉਹਨਾਂ ਦੇ 800 ਮੀਟਰ ਘੇਰੇ ਦੇ ਵਿੱਚ ਅਸੀਂ ਉਹਨਾਂ ਨਾਲ ਰਲ ਕੇ ਜਿਹੜਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਉੱਥੇ ਜਿਹੜੇ ਘਰ ਬਣਨ ਉਹ ਆਮ ਲੋਕਾਂ ਵਾਸਤੇ ਜਿਹੜੇ ਅਫੋਰਡੇਬਲ ਘਰ ਬਣਨ। ਉਹ ਵੀ ਸਿਟੀ ਸਰਕਾਰਾਂ ਦੇ ਨਾਲ ਸਾਡੇ ਜਿਹੜੇ ਐਗਰੀਮੈਂਟ ਇਸ ਵੇਲੇ ਉਹ ਹੋ ਰਹੇ ਜਾਂ ਹੋ ਚੁੱਕੇ ਹੈ। ਬਰਾੜ ਸਾਹਿਬ, ਇਹ ਬਹੁਤ ਚੰਗੀ ਗੱਲ ਹੈ ਜਿਹੜੀ ਸਕਾਈ ਟ੍ਰੇਨ ਬਣ ਰਹੀ ਹੈ। NDP ਦੀ ਲੋਕ ਮਤਲਬ ਸਿਫਤ ਕਰਦੇ ਆ ਜਿਹੜੇ ਕੰਮ ਵੀ ਕੀਤੇ, ਚਾਹੇ ਮਿਨੀਮਮ ਵੇਜ ਅਸੀਂ ਟੋਲ ਹਟਾਉਣੇ ਸੀਗੇ। ਲੋਕ ਆਸ ਵੀ ਕਰਦੇ ਆ ਕਿ ਤੁਸੀਂ ਹੋਰ ਵੀ ਕੁਛ ਕਰੋ। ਇਹਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਸਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਹੈਗੀ ਹੈ, ਚਾਹੇ 128 ਹੈ 132 ਹੈ, ਇਹ ਕੁਛ ਪ੍ਰੋਵਿੰਸ ਦੇ ਹੱਥ ਵੱਸ ਹੈਗਾ ਵੀ ਇਹਦਾ ਕੋਈ ਹੱਲ ਕਰ ਸਕਦੇ ਆ ਜਾਂ ਇਹ ਜ਼ਿੰਮੇਵਾਰੀ ਸਿਟੀ ਦੀ ਹੈ? ਜਿਹੜਾ ਪ੍ਰੋਸੈਸ ਜਿਵੇਂ ਕੰਮ ਕਰਦਾ ਜੀ ਉਹ ਇਸ ਤਰੀਕੇ ਨਾਲ ਹੈਗਾ ਕਿ ਜਿਹੜਾ ਪਬਲਿਕ ਟਰਾਂਜਿਟ ਦੀ ਗੱਲ ਹੈਗੀ ਹੈ, ਸਾਡੀ ਸਰਕਾਰ ਦੀ ਵਚਨਬੱਧਤਾ ਹੈਗੀ ਹੈ ਮੁਕੰਮਲ ਤੌਰ ਦੇ ਉੱਤੇ, ਸੂਬੇ ਦੇ ਤੌਰ ਦੇ ਉੱਤੇ, ਕਿ ਅਸੀਂ ਪਬਲਿਕ ਟਰਾਂਜਿਟ ਨੂੰ ਸਪੋਰਟ ਕਰਦੇ ਹਾਂ। ਮਿਸਾਲ ਦੇ ਤੌਰ ਦੇ ਉੱਤੇ ਜਿਹੜੀ ਦੂਜੀ ਸਰਕਾਰ ਸੀ, ਪਹਿਲੀ ਸਰਕਾਰ ਸੀ, ਉਹ ਵੱਡੇ ਪੁਲ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਤਾਂ ਕਿ ਲੋਕਾਂ ਕੋਲੇ ਆਪਣੀਆਂ ਇੰਡੀਵਿਜੂਅਲ ਕਾਰਾਂ ਹੋਣ, ਵੱਡੀਆਂ ਸੜਕਾਂ ਚੌੜੀਆਂ ਕਰ ਦਿਓ। ਅਸੀਂ ਚਾਹੁੰਦੇ ਹਾਂ ਕਿ ਪਬਲਿਕ ਟਰਾਂਜਿਟ ਬੱਸ ਸਰਵਿਸ ਹੋਵੇ, ਟ੍ਰੇਨ ਹੋਵੇ। ਮਿਸਾਲ ਦੇ ਤੌਰ ਦੇ ਉੱਤੇ ਇਸੇ ਪ੍ਰੋਜੈਕਟ ਨੂੰ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਅੱਜ ਸਰੀ ਤੋਂ ਆਪਣਾ ਕਿੰਗ ਜਾਰਜ ਤੋਂ ਲੈਂਗਲੀ ਤੱਕ ਜਿਹੜੀ ਜਾ ਰਹੀ ਟ੍ਰੇਨ ਹੈਗੀ ਹੈ, ਇਹ ਪ੍ਰੋਜੈਕਟ ਨੂੰ 2008 ਦੇ ਵਿੱਚ BC ਲਿਬਰਲ ਸਰਕਾਰ ਨੇ ਹਾਂ ਕੀਤੀ ਸੀ। 2 ਵਾਰੀ ਫੇਰ ਪ੍ਰੋਮਿਸ ਕੀਤਾ ਸੀ। ਉਸ ਤੋਂ ਬਾਅਦ ਕੈਵਨ ਫਾਲਕਨ ਜਿਹੜੇ ਇਸ ਵੇਲੇ ਲੀਡਰ ਨੇ BC ਲਿਬਰਲਸ ਦੇ, ਉਹ ਆਪਣਾ ਫਾਈਨੈਂਸ ਮਿਨਿਸਟਰ ਬਣੇ। ਉਹ ਇੱਥੋਂ ਦੇ ਕਲੋਵਰਡੇਲ ਦੇ MLA ਸੀ ਜਿੱਥੋਂ ਦੀ ਇਹ ਟ੍ਰੇਨ ਲੰਘ ਕੇ ਜਾ ਰਹੀ ਹੈ। ਉਹਨਾਂ ਨੇ ਇੱਕ ਪੈਨੀ ਸਿੰਗਲ ਇਸ ਪ੍ਰੋਜੈਕਟ ਨੂੰ ਨਹੀਂ ਦਿੱਤੀ, ਬਲਕਿ ਉਹਨਾਂ ਨੇ ਕੀ ਕੀਤਾ, ਇਹਨੂੰ ਕਿਉਂਕਿ ਇਸ ਪ੍ਰੋਜੈਕਟ ਨੂੰ ਉਹ ਆਈਡੀਓਲੋਜੀਕਲੀ ਸਪੋਰਟ ਨਹੀਂ ਸੀ ਕਰਦੇ, ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਰੈਫਰੈਂਡਮ ਕਰਾਵਾਂਗੇ। ਰੈਫਰੈਂਡਮ ਦੇ ਵਿੱਚ ਕੁਐਸਚਨ ਪਾਤਾ ਕਿ ਜੇ ਤੁਸੀਂ ਹੋਰ ਟੈਕਸ ਦਿਓਗੇ ਤਾਂ ਫੰਡ ਕਰਾਂਗੇ। ਉਹ ਰੈਫਰੈਂਡਮ ਫੇਲ ਹੋ ਗਿਆ ਸੀ, ਉਸ ਕਰਕੇ ਉਹਨਾਂ ਨੇ ਨਾ ਕਰਤੀ ਸੀ ਇਸ ਪ੍ਰੋਜੈਕਟ ਨੂੰ। ਪਰ ਜਦੋਂ ਸਾਡੀ ਸਰਕਾਰ ਆਈ, ਪ੍ਰੀਮੀਅਰ ਹੌਰਗਨ ਸਾਹਿਬ ਨੇ ਕਿਹਾ ਵੀ ਅਸੀਂ ਇਸ ਪ੍ਰੋਜੈਕਟ ਨੂੰ ਫੰਡ ਕਰਾਂਗੇ। ਇਸੇ ਤਰੀਕੇ ਨਾਲ ਹੋਰ ਵੀ ਜਿਹੜੀ ਲੋੜ ਸਰੀ ਦੀ ਹੈਗੀ ਹੈ, ਸਾਨੂੰ ਪਤਾ ਹੈ ਕਿ ਜਿਹੜੀ ਕਿੰਗ ਜਾਰਜ ਦੇ ਉੱਤੇ ਜਾਂ 104 ਦੇ ਉੱਤੇ ਜਿਹੜੀ ਪਬਲਿਕ ਟਰਾਂਜਿਟ ਦਾ ਜਾਂ ਈਵਨ 88 ਦੇ ਉੱਤੇ ਬੜੀ ਵੱਡੀ ਸਮੱਸਿਆ ਹੈਗੀ ਹੈ। ਪਰ ਉਹਦੀ ਮੁੱਢਲੀ ਜਿਹੜੀ ਪਲੈਨਿੰਗ ਹੈਗੀ ਆ ਉਹ ਸਿਟੀ ਸਰਕਾਰ ਵੱਲੋਂ ਬਣਨੀ ਹੈ। ਸੈਕੰਡ ਸਟੇਜ ਜਿਹੜੀ ਹੈਗੀ ਉਹ ਟਰਾਂਸਲਿੰਕ ਕੋਲੇ ਲੈ ਕੇ ਜਾਣਗੇ। ਟਰਾਂਸਲਿੰਕ ਫਿਰ ਉਹ ਆਪਣੀ 10 ਸਾਲਾਂ ਦੀਆਂ ਜਿਹੜੀ ਵੀ ਪਲੈਨਿੰਗ ਉਹਨਾਂ ਦੀ 2 ਸਾਲਾਂ ਦੀ ਜਾਂ 10 ਸਾਲਾਂ ਦੀ ਬਣਦੀ ਉਹਦੇ ਵਿੱਚ ਪਾਉਣਗੇ। ਉਹ ਫਿਰ ਲੈ ਕੇ ਸੂਬਾ ਸਰਕਾਰ ਕੋਲ ਜਾਂਦੇ। ਫਿਰ ਸੂਬਾ ਸਰਕਾਰ ਉਹਦੇ 'ਚ ਕਹਿੰਦੀ ਹੈ ਵੀ ਅਸੀਂ ਤੁਹਾਨੂੰ ਇੰਨੀ ਫੰਡਿੰਗ ਦਿੰਦੇ ਹਾਂ, ਤੁਸੀਂ ਇਹਦੇ ਵਿੱਚ ਆਹ ਜਿਹੜੇ ਮੇਨ ਪ੍ਰੋਜੈਕਟ ਨੇ ਉਹਨਾਂ ਨੂੰ ਅਸੀਂ ਸਪੋਰਟ ਕਰਦੇ ਹਾਂ। ਸੋ ਪਲੈਨਿੰਗ ਅਤੇ ਜਿਹੜੀ ਮੰਗ ਹੋਣੀ ਹੈ ਇੱਥੋਂ ਉੱਠਣੀ ਹੈ, ਉਹਦੀ ਜਿਹੜੀ ਪਲੈਨਿੰਗ ਟਰਾਂਸਲਿੰਕ ਨੇ ਕਰਨੀ ਹੈ। ਅਲਟੀਮੇਟ ਜਿਹੜੀ ਸੂਬਾ ਸਰਕਾਰ ਨੇ ਫਿਰ ਪ੍ਰਾਇਓਰਟੀ ਬੇਸ 'ਤੇ ਦੇਖ ਕੇ ਫੰਡਿੰਗ ਉਹਦੀ ਹੈਗੀ ਹੈ ਉਹ ਕਰਨੀ ਹੈ। ਇਹ ਨਾਰਮਲ ਪ੍ਰੋਸੈਸ ਇਹੀ ਹੈ। ਤੇ ਇਹ ਫਰਦਰ ਕੋਈ ਹੁਣ ਸਕਾਈ ਟ੍ਰੇਨ ਨਿਊਟਨ ਨੂੰ ਜਾਂ ਉਹਦਾ ਪ੍ਰੋਜੈਕਟ ਆ ਜਾਂ ਲੋਕ ਮਤਲਬ ਆਮ ਸਧਾਰਨ ਬੰਦੇ ਨੂੰ ਕੁਛ ਨਹੀਂ ਪਤਾ ਵੀ ਕਿਹੜੀ ਸਰਕਾਰ ਨੇ ਕੀ ਕਰਨਾ ਹੁੰਦਾ, ਉਹ ਤਾਂ ਇਹ ਚਾਹੁੰਦਾ ਵੀ ਐਬਸਫੋਰਡ ਤੱਕ ਇੱਧਰਲੇ ਪਾਸੇ ਨੂੰ ਟ੍ਰੇਨਸ ਬਾਹਰ ਨਿਕਲਣ, ਲੋਕ ਇੱਥੋਂ ਜਾਣ, ਭੀੜ ਘਟੇ। ਇਹ ਕੋਈ ਫਿਊਚਰ 10 ਸਾਲ 20 ਸਾਲ 50 ਸਾਲ ਦੀ ਪਲੈਨਿੰਗ ਹੁੰਦੀ ਹੈ ਜੀ। ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਉਹੀ ਗੱਲ ਫੇਰ ਕਹਿਣਾ ਵੀ ਸਾਡੀ ਮੁਕੰਮਲ ਵਚਨਬੱਧਤਾ ਹੈ ਕਿ ਅਸੀਂ ਪਬਲਿਕ ਟਰਾਂਜਿਟ ਨੂੰ, ਚਾਹੇ ਉਹ ਲਾਈਟ ਰੇਲ ਹੋਵੇ, ਚਾਹੇ ਉਹ ਸਕਾਈ ਟ੍ਰੇਨ ਹੋਵੇ, ਚਾਹੇ ਉਹ ਬੱਸ ਸਰਵਿਸ ਹੋਵੇ, ਅਸੀਂ ਉਹਨੂੰ ਵਚਨਬੱਧ ਹੈਗੇ ਹਾਂ। ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਕਿ ਇਹਦੇ ਨਾਲ ਜਿਹੜਾ ਹੈਗਾ ਇੱਕ ਤਾਂ ਸਾਡੇ ਇਨਵਾਇਰਮੈਂਟ ਦੇ ਉੱਤੇ ਜਿਹੜਾ ਫਰਕ ਪੈਣਾ, ਕਿਉਂਕਿ ਇੱਕ ਬੱਸ 40 ਕਾਰਾਂ ਦੀਆਂ ਸਵਾਰੀਆਂ ਲੈ ਜਾਂਦੀ ਹੈ।
ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਮ ਲੋਕਾਂ ਨੂੰ ਅਫੋਰਡੇਬਲ ਵੀ ਹੁੰਦੀ ਹੈ। ਔਰ ਜਿਹੜੀ ਹੁਣ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਕਾਰ 'ਤੇ ਜਾਣਾ ਲਹਿੰਗਲੀ ਤੋਂ ਜਿਹੜਾ ਡਾਊਨਟਾਊਨ ਦੇ ਵਿੱਚ 2 ਘੰਟੇ ਤੋਂ ਲੱਗ ਜਾਣਗੇ ਟ੍ਰੈਫਿਕ ਸਮੇਂ, ਇਹ 1 ਘੰਟੇ 'ਚ ਉੱਥੇ ਪਹੁੰਚ ਜਾਣੀ ਹੈ ਨਾ। ਉਹਦਾ ਇਹ ਵੀ ਟਾਈਮ ਦਾ ਵੀ ਫਾਇਦਾ ਹੈ। ਸੋ ਬਹੁਤ ਸਾਰੇ ਫਾਇਦੇ ਨੇ ਲੋਕਾਂ ਨੂੰ ਜਿਹੜੇ ਪਬਲਿਕ ਟਰਾਂਜਿਟ ਹੋਣੀ ਚਾਹੀਦੀ ਹੈ, ਅਸੀਂ ਉਹਨੂੰ ਸਪੋਰਟ ਕਰਦੇ ਹਾਂ। ਔਰ ਉਹਦੇ ਵਿੱਚ ਜਿਹੜਾ ਪਲੈਨਿੰਗ ਪ੍ਰੋਸੈਸ ਇਹੀ ਹੈ ਕਿ ਜਿਹੜੀ ਲੋਕਲ ਸਰਕਾਰ ਜਿਹੜੀ ਉਹਦੀ ਪਲੈਨਿੰਗ ਕਰਦੀਆਂ ਮੰਗ ਕਰਦੀਆਂ ਨੇ ਅਤੇ ਸੂਬਾ ਸਰਕਾਰ ਆ ਕੇ ਉਹਨੂੰ ਸਪੋਰਟ ਕਰਦੀ ਹੈ ਕਿ ਵੀ ਅਸੀਂ ਜਿਹੜਾ ਹੈਗਾ ਪਲੈਨਿੰਗ ਮੰਗ ਇੱਥੋਂ ਉੱਠਣੀ ਹੈ, ਉਹਦੀ ਸਾਰੀ ਟਰਾਂਸਲਿੰਕ ਨੇ ਬਣਾ ਕੇ ਦੇਣਾ ਵੀ ਕਿੱਥੇ ਕਿੱਥੇ ਬੋਟਲਨੈਕ ਹੈ, ਕਿੱਥੇ ਕਿੱਥੇ ਸੀਰੀਅਸ ਸਮੱਸਿਆ ਹੈਗੀ ਹੈ, ਉਹਦਾ ਹੱਲ ਈਵਨ ਇੰਜੀਨੀਅਰ ਵੀ ਇਹਨਾਂ ਦੇ ਹੈਗੇ ਜਿਹੜੇ ਪਲੈਨਿੰਗ ਬਣਾ ਕੇ ਦਿੰਦੇ ਵੀ ਇਹਦਾ ਬੈਸਟ ਸੋਲੂਸ਼ਨ ਕੀ ਹੈ, ਇਹਦਾ ਬੈਸਟ ਸੋਲੂਸ਼ਨ ਸਕਾਈ ਟ੍ਰੇਨ ਹੈ ਕਿ ਇਹਦਾ ਬੈਸਟ ਸੋਲੂਸ਼ਨ ਕੋਈ ਹੋਰ ਹੈ। ਕਿਉਂਕਿ ਇਸ ਮੁਲਕ ਦੇ ਵਿੱਚ ਸਿਆਸਤਦਾਨ ਉੱਤੋਂ ਆ ਕੇ ਅਨਾਊਂਸ ਨਹੀਂ ਕਰਦਾ ਜਿੰਨੀ ਦੇਰ ਤੱਕ ਥੱਲਿਓਂ ਆ ਕੇ ਉਹਦੀ ਜਿਹੜੇ ਪ੍ਰੋਫੈਸ਼ਨਲ ਲੋਕ ਨੇ, ਜੇ ਹੈਲਥ ਕੇਅਰ ਦਾ ਮਸਲਾ ਹੈਲਥ ਕੇਅਰ ਦੇ ਲੋਕ, ਜੇ ਸਕਾਈ ਟ੍ਰੇਨ ਦਾ ਮਸਲਾ ਸਕਾਈ ਟ੍ਰੇਨ ਨਾਲ ਜਿਹੜੇ ਕੰਮ ਕਰਨ ਵਾਲੇ ਪ੍ਰੋਫੈਸ਼ਨਲ ਲੋਕ ਨੇ, ਉਹ ਪਲੈਨਿੰਗ ਬਣਾ ਕੇ ਪੇਸ਼ ਨਹੀਂ ਕਰਦੇ ਕਿ ਵੀ ਇੱਥੇ ਇਹਦਾ ਹੱਲ ਹੈ ਅਤੇ ਉਹਦਾ ਫੰਡ ਉਸ ਤਰੀਕੇ ਨਾਲ ਹੁੰਦਾ। ਸਾਡੀ ਮੁਕੰਮਲ ਵਚਨਬੱਧਤਾ ਹੈਗੀ ਹੈ ਕਿ ਪਬਲਿਕ ਟਰਾਂਜਿਟ ਨੂੰ ਸਪੋਰਟ ਕੀਤਾ ਜਾਵੇ। ਬਰਾੜ ਸਾਹਿਬ, ਲੋਕ ਉਲਟਾ ਸੋਚਦੇ ਆ। ਲੋਕ ਇੱਦਾਂ ਕਹਿੰਦੇ ਆ ਵੀ ਇਹ ਸਿਆਸਤਦਾਨ ਹੀ ਆ ਜਿਹੜੇ ਫੈਸਲਾ ਕਰਦੇ ਵੀ ਕੀ ਬਣਨਾ ਤੇ ਕੀ ਨਹੀਂ ਬਣਨਾ। ਪਹਿਲੇ ਜਿਹੜੀ ਇੱਥੇ ਸਿਟੀ ਦੇ ਵਿੱਚ ਸੀਗੇ ਉਹ ਧਿਰ ਕਹਿੰਦੀ ਸੀ ਵੀ LRT ਬਣਨੀ ਚਾਹੀਦੀ ਹੈ, LRT ਬਣੂਗੀ, ਸਕਾਈ ਟ੍ਰੇਨ ਨਹੀਂ ਬਣਨੀ। ਜੇ ਉਹ ਜਿੱਤ ਜਾਂਦੇ ਤਾਂ LRT ਬਣਨੀ ਸੀ, ਆਹ ਸਕਾਈ ਟ੍ਰੇਨ ਨਹੀਂ ਬਣਨੀ ਸੀ, ਜਿੰਨਾ ਕੁ ਮੈਨੂੰ ਸਮਝ ਆਉਂਦੀ ਆ। ਹੁਣ ਕਿਉਂਕਿ ਧਿਰ ਬਦਲ ਗਈ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹ ਸਕਾਈ ਟ੍ਰੇਨ ਬਣਾਵਾਂਗੇ, LRT ਬੰਦ ਹੋਊਗੀ। ਹੁਣ ਕੀ ਉਹ ਸਮੱਸਿਆ ਤਾਂ ਖਤਮ ਨਹੀਂ ਹੋਗੀ? ਜਾਂ ਜਦੋਂ ਪ੍ਰੋਵਿੰਸ ਸਰਕਾਰ ਆਉਂਦੀ ਆ, ਪਹਿਲੀ ਸਰਕਾਰ ਕਹਿੰਦੀ ਹੈ ਜੀ ਆ ਮੈਸੀ ਟਨਲ ਦੇ ਉੱਤੇ ਇੰਨੇ ਲੇਨ ਬਣੂਗਾ, ਉਹ ਸਾਰਾ ਰੋਕ ਕੇ ਦੂਜੀ ਸਰਕਾਰ ਕਹਿ ਦਿੰਦੀ ਹੈ ਨਹੀਂ ਇਹਦੇ 'ਤੇ ਜੀ ਆਹ ਬਣੂਗਾ, ਚਾਹੇ ਸਾਈਡ ਸੀ ਡੈਮ ਆ ਚਾਹੇ ਹੋਰ ਹੈਗੇ। ਵੀ ਸਿਆਸਤਦਾਨ ਕੀ ਇਹ ਮਾਹਰ ਨਹੀਂ ਹੁੰਦੇ ਜਿਹੜੇ ਦੱਸਦੇ ਆ ਵੀ ਇਹਦੇ 'ਤੇ ਬਣਨਾ ਕੀ ਚਾਹੀਦਾ, ਜਾਂ ਸਿਆਸਤਦਾਨ ਇਹ ਸਾਰੇ ਫੈਸਲੇ ਕਰਦੇ ਆ? ਦੇਖੋ, ਜਿਹੜੇ ਵੱਖਰੀਆਂ ਪੋਲੀਟੀਕਲ ਪਾਰਟੀਆਂ ਦੀ ਵੱਖਰੀ ਆਈਡੀਓਲੋਜੀ ਹੋ ਸਕਦੀ ਹੈ। ਅਸੀਂ ਪਬਲਿਕ ਜਿਹੜੀ ਟਰਾਂਜਿਟ ਨੂੰ, ਬੱਸ ਸਰਵਿਸ ਨੂੰ, ਸਕਾਈ ਟ੍ਰੇਨ ਨੂੰ ਸਪੋਰਟ ਕਰਦੇ ਹਾਂ। ਦੂਜੀ ਧਿਰ ਵੱਡੀਆਂ ਸੜਕਾਂ ਅਤੇ ਕਾਰਾਂ ਨੂੰ ਸਪੋਰਟ ਕਰਦੇ ਆ, ਮਿਸਾਲ ਦੇ ਤੌਰ 'ਤੇ ਵੱਖਰੇ ਆ। ਠੀਕ ਹੈ, ਇਹ 2 ਵੱਖਰੇ ਪਰਸਪੈਕਟਿਵ ਨੇ। ਪਰ ਐਟ ਦੀ ਐਂਡ ਆਫ ਦੀ ਡੇ ਜਿਹੜੀ ਇਹਦੀ ਪਲੈਨਿੰਗ ਪ੍ਰੋਸੈਸ ਹੈ ਉਹ ਕਿਸੇ ਸਿਆਸਤਦਾਨ ਨੇ ਨਹੀਂ ਬਣਾਉਣੀ, ਉਹ ਮਾਹਰਾਂ ਨੇ ਬਣਾਉਣੀ, ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਨੇ ਤਿਆਰ ਕਰਨੀ ਹੈ। ਤੁਸੀਂ ਲਾਈਟ ਰੇਲ ਦੀ ਗੱਲਬਾਤ ਕੀਤੀ ਹੈ। ਲਾਈਟ ਰੇਲ ਦੀ ਬਿਲਕੁਲ ਜਿਹੜੀ ਪਲੈਨਿੰਗ ਹੈਗੀ ਆ ਬਹੁਤ ਮੁਕੰਮਲ ਤੌਰ ਦੇ ਉੱਤੇ, ਬਲਕਿ ਜਿਹੜੀ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਨਹੀਂ, ਉਦੋਂ 7-8 ਸਾਲ ਪਹਿਲਾਂ ਦੀ ਬਣੀ ਹੋਈ ਹੈ। ਉਹਦੇ 'ਚ ਵੀ ਬਹੁਤ ਮਾਹਰਾਂ ਨੇ ਜਿਹੜਾ ਉਹਦੇ ਵਿੱਚ ਹਿੱਸਾ ਲਿਆ ਸੀ। ਉਹ ਡਾਇਨ ਵਾਟ ਉਸ ਵੇਲੇ ਜਿਹੜੇ ਸਾਡੇ ਮੇਅਰ ਹੁੰਦੇ ਸੀ, ਔਰ ਉਸ ਵੇਲੇ ਸਰੀ ਦੇ ਲੋਕ ਉਹਦੇ ਹੱਕ 'ਚ ਸੀਗੇ। ਪਰ ਬਾਅਦ ਦੇ ਵਿੱਚ ਜਦੋਂ ਚੋਣ ਹੋਈ ਹੈ, ਉਹ ਸਰੀ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਵੀ ਨਹੀਂ, ਅਸੀਂ ਇਹ ਨਹੀਂ ਸਾਨੂੰ ਚਾਹੀਦੀ ਹੈ, ਸਾਨੂੰ ਚਾਹੀਦੀ ਹੈ ਸਕਾਈ ਟ੍ਰੇਨ। ਇਹ ਲੋਕਾਂ ਦਾ ਫੈਸਲਾ ਸੀ। ਪਰ ਉਸ ਤੋਂ ਬਾਅਦ ਇੰਨਾ ਨਹੀਂ ਗਾ ਵੀ ਉਹ ਨਾਲ ਦੀ ਨਾਲ ਸਕਾਈ ਟ੍ਰੇਨ ਸ਼ੁਰੂ ਹੋ ਗਈ। ਉਦੋਂ ਬਾਅਦ ਜਿਹੜੇ ਪ੍ਰੋਫੈਸ਼ਨਲਸ ਨੇ ਦੁਬਾਰਾ ਡਰਾਇੰਗ ਬੋਰਡ 'ਤੇ ਆ ਕੇ, ਇੱਥੇ ਪਹਿਲਾਂ ਸਕਾਈ ਟ੍ਰੇਨ ਦੀ ਪਲੈਨਿੰਗ ਹੀ ਸੀ। ਉਹਦਾ ਕਾਰਨ ਇਹ ਹੈ ਕਿ ਇਹ ਜਿਹੜਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਂਦੀ ਹੈ, ਇੱਥੇ ਸਕਾਈ ਟ੍ਰੇਨ ਦੀ ਪਲੈਨਿੰਗ ਹੀ ਸੀ। ਉਹੀ ਪਲੈਨਿੰਗ ਪਹਿਲਾਂ ਦੀ ਬਣੀ ਹੋਈ ਸੀ, ਉਹਨੂੰ ਫਿਰ ਉਹਨਾਂ ਨੇ ਅਪਲਿਫਟ ਕਰਕੇ ਜਿਹੜਾ ਉਹਦੇ 'ਤੇ ਕੰਮ ਕੀਤਾ। ਅਤੇ ਇਸ ਤਰੀਕੇ ਦੇ ਨਾਲ ਜਿਹੜੀ ਪਲੈਨਿੰਗ ਜਿਹੜੀ ਹੈਗੀ ਹੈ, ਜਿਹੜੀ ਮੰਗ ਲੋਕਾਂ ਤੋਂ ਉੱਠਦੀ ਹੈ, ਅਤੇ ਉਦੋਂ ਬਾਅਦ ਪ੍ਰੋਫੈਸ਼ਨਲ ਉਹਦੀ ਜਿਹੜੀ ਹੈਗੀ ਪਲੈਨਿੰਗ ਬਣਾ ਕੇ ਦਿੰਦੇ ਆ। ਫਿਰ ਸੂਬਾ ਸਰਕਾਰ ਜਿਹੜੀ ਹੈਗੀ ਬਜਟ ਦੇਖ ਕੇ ਆਪਣਾ, ਕਿਉਂਕਿ ਬਜਟ ਸੀਮਿਤ ਬਜਟ ਹੁੰਦਾ, ਮਿਸਾਲ ਦੇ ਤੌਰ ਦੇ ਉੱਤੇ ਵੀ ਕਿੰਨੇ ਬਿਲੀਅਨ ਡਾਲਰ ਸਾਲ ਦੇ ਖਰਚਣੇ ਆ। ਉਹਦੇ ਵਿੱਚੋਂ ਵੈਨਕੂਵਰ ਦੀ ਮੰਗ ਵੀ ਹੈਗੀ ਹੈ, ਬਾਕੀ ਸ਼ਹਿਰਾਂ ਦੀ ਮੰਗ ਵੀ ਹੈਗੀ ਹੈ, ਜਿਹੜੇ ਰੂਰਲ ਏਰੀਆ ਦੀ ਮੰਗ ਵੀ ਹੈਗੀ ਹੈ। ਸੂਬਾ ਸਰਕਾਰ ਪਿਕ ਕਰਦੀ ਹੈ ਵੀ ਕਿੱਥੇ ਸਭ ਤੋਂ ਵੱਡੀ ਲੋੜ ਹੈਗੀ ਹੈ, ਉਹ ਪਿਕ ਕਰਕੇ ਫਿਰ ਫੰਡ ਕਰਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਅਸੀਂ ਹੁਣ ਸਰੀ ਦੇ ਵਿੱਚ ਜਿਹੜੀ ਸਕਾਈ ਟ੍ਰੇਨ ਨੂੰ ਪਿਕ ਕੀਤਾ, ਇਸੇ ਤਰੀਕੇ ਨਾਲ ਵੈਨਕੂਵਰ ਦੇ ਵਿੱਚ ਜਿਹੜਾ ਸਬਵੇ ਬਣ ਰਿਹਾ ਉਹਨੂੰ ਪਿਕ ਕੀਤਾ। ਇਹਦੇ ਵਿੱਚ 6 ਬਿਲੀਅਨ ਡਾਲਰ ਜਿਹੜੀ ਕੁੱਲ ਬਣਾ ਕੇ ਪੈਸੇ ਲੱਗ ਰਹੇ ਆ। ਉਹਦੇ 'ਚੋਂ 40% ਪੈਸੇ ਅਸੀਂ ਲਾ ਰਹੇ ਹਾਂ, 40% ਜਿਹੜੀ ਫੈਡਰਲ ਗੌਰਮੈਂਟ ਪੈਸੇ ਲਾ ਰਹੀ ਹੈ, 20% ਪੈਸੇ ਜਿਹੜੇ ਹੈਗੇ ਆ ਉਹ ਲੋਕਲ ਸਰਕਾਰਾਂ ਵੱਲੋਂ ਆਉਣੇ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਆਖਰ ਦੇ ਵਿੱਚ ਸਾਡੇ ਸਰੋਤਿਆਂ ਦੇ ਲਈ ਕੋਈ ਸੁਨੇਹਾ ਜੀ? ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਬੜੀ ਫਰੀਦਕੋਟ ਦੇ ਲੋਕਾਂ ਕਰਕੇ, ਖਾਸ ਕਰਕੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਸਰੀ ਦੇ ਲੋਕਾਂ ਵਾਸਤੇ ਖੁਸ਼ੀ ਦੀ ਗੱਲ ਹੈ, ਲਹਿੰਗਲੀ ਦੇ ਲੋਕਾਂ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਕਿ ਸਕਾਈ ਟ੍ਰੇਨ ਹੈ ਫਾਈਨਲੀ ਜਿਹੜੀ ਹੈਗੀ ਹੈ। ਆਮ ਤੌਰ 'ਤੇ ਕਿਹਾ ਜਾਂਦਾ ਵੀ ਪ੍ਰੋਜੈਕਟ ਜਦੋਂ ਬਣਦਾ ਹੈ ਉਹ ਡਿਲੇ ਹੋ ਜਾਂਦਾ। ਇਹ ਪ੍ਰੋਜੈਕਟ 2 ਸਾਲ ਪਹਿਲਾਂ ਬਣ ਜਾ ਰਿਹਾ, ਔਰ ਆਮ ਤੌਰ 'ਤੇ ਇਹ ਵੀ ਕਿਹਾ ਜਾਂਦਾ ਵੀ ਖਰਚਾ ਵੱਧ ਜਾਂਦਾ। ਇਹ ਪ੍ਰੋਜੈਕਟ ਦੇ ਵਿੱਚ ਜਿਹੜਾ ਹੁਣ ਸਾਡੀਆਂ ਕੈਲਕੂਲੇਸ਼ਨ ਦੇ ਮੁਤਾਬਕ 500 ਮਿਲੀਅਨ ਡਾਲਰ ਜਿਹੜਾ ਘੱਟ ਦੇ ਵਿੱਚ ਬਣਨਾ ਹੈ, ਔਰ ਇਹ ਬਣ ਕੇ 2028 ਦੇ ਵਿੱਚ 2 ਸਾਲ ਪਹਿਲਾਂ ਇਹ ਤਿਆਰ ਹੋ ਜਾਣਾ ਹੈ। ਔਰ ਇਹਦੇ 'ਚ ਮੈਂ ਲੋਕਾਂ ਨੂੰ ਇਹ ਜ਼ਰੂਰ ਰਿਮਾਈਂਡ ਕਰਾਉਣਾ ਚਾਹੁੰਦਾ ਹੈ ਕਿ ਆਮ ਤੌਰ 'ਤੇ ਸਾਡੀ ਵਿਰੋਧੀ ਧਿਰ ਕਹਿੰਦੀ ਹੈ ਕਿ ਜੀ ਇਹਨਾਂ ਨੇ ਸਰੀ 'ਚ ਕੁਝ ਨਹੀਂ ਕੀਤਾ। ਇਸੇ ਪ੍ਰੋਜੈਕਟ ਨੂੰ ਉਹਨਾਂ ਨੇ ਫੰਡ ਕਰਨ ਤੋਂ ਲੋਕਾਂ ਦਾ ਰੈਫਰੈਂਡਮ ਕਰਾ ਕੇ ਜਵਾਬ ਦਿੱਤਾ ਸੀਗਾ, ਜਿਹਨੂੰ ਅਸੀਂ ਫੰਡ ਕਰਕੇ ਇਹਨੂੰ ਮੁਕੰਮਲ ਕਰਨ ਜਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਜੀ। ਮਿਹਰਬਾਨੀ। ਦੋਸਤੋ, ਬਰਾੜ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਆ। ਬਹੁਤ ਖੁਸ਼ੀ ਦੀ ਗੱਲ ਆ ਕਿ ਇਹ ਪ੍ਰੋਜੈਕਟ ਸਮੇਂ ਤੋਂ ਪਹਿਲਾਂ ਪੂਰਾ ਹੋ ਰਿਹਾ। ਜਿੰਨਾ ਬਜਟ ਸੀਗਾ ਉਹਦੇ ਤੋਂ ਘੱਟ ਬਜਟ ਦੇ ਵਿੱਚ ਪੂਰਾ ਹੋ ਰਿਹਾ, ਔਰ ਲੋਕਾਂ ਨੂੰ ਬਹੁਤ ਰਾਹਤ ਇਹਦੇ ਤੋਂ ਮਿਲੂਗੀ ਜਦੋਂ ਇਹ ਸਕਾਈ ਟ੍ਰੇਨ ਬਣ ਜਾਂਦੀ ਆ। ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ
ਔਰ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇੱਦਾਂ ਦੇ ਪ੍ਰੋਜੈਕਟ ਕਿਸੇ ਸਰਕਾਰ ਵੱਲੋਂ ਵੀ, ਚਾਹੇ ਉਹ ਸੂਬੇ ਦੀ ਮਿਊਨਿਸਪੈਲਿਟੀ ਦੀ ਜਾਂ ਫੈਡਰਲ ਦੀ, ਜਾਂ ਕੁਛ ਕੀਤਾ ਜਾਂਦਾ ਤਾਂ ਲੋਕਾਂ ਨੂੰ ਉਹਦੀ ਬਹੁਤ ਸਾਰੀ ਸਹੂਲਤ ਹੋਵੇਗੀ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।